Okay, students, as we have done with bar graph, today we gonna learn about line graph. कि ਅਸੀਂ ਇੱਕ line graph ਨੂੰ ਕਿੱਦਾਂ ਲਿਖਦੇ ਹਾਂ। ਓਕੇ ਸਟੂਡੈਂਟਸ, ਅਸੀਂ ਸ਼ੁਰੂ ਕਰਦੇ ਹਾਂ ਕਿ ਇੱਕ ਲਾਈਨ ਗ੍ਰਾਫ ਕਿੱਦਾਂ ਲਿਖਿਆ ਜਾਂਦਾ। ਇੱਕ ਲਾਈਨ ਗ੍ਰਾਫ ਨੂੰ ਲਿਖਣ ਦੇ 5 ਸਟੈਪ ਹੁੰਦੇ ਨੇ, ਜਿਨ੍ਹਾਂ ਵਿੱਚੋਂ ਪਹਿਲਾ ਸਟੈਪ ਹੈਗਾ ਕਿ ਐਨਾਲਾਈਜ਼ ਦੀ ਕੁਐਸਚਨ, ਕਿ ਅਸੀਂ ਕੁਐਸਚਨ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ ਕਿ ਇਹਦੇ ਵਿੱਚ ਸਬਜੈਕਟ ਕਿਹੜਾ ਦਿੱਤਾ ਹੋਇਆ ਹੈ, ਠੀਕ ਹੈ, ਕਿਹੜੀ ਵਰਬ ਦਿੱਤੀ ਹੋਈ ਹੈ, ਕਿਹੜਾ ਟੈਂਸ ਲਿਖਣਾ ਹੈ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਮੇਨ ਫੀਚਰਸ ਆਇਡੈਂਟੀਫਾਈ ਕਰਾਂਗੇ। ਮੇਨ ਫੀਚਰਸ ਆਇਡੈਂਟੀਫਾਈ ਕਰਨ ਵਾਲਾ ਜਿਹੜਾ ਪੁਆਇੰਟ ਹੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਾਡਾ ਬਾਕੀ ਜਿਹੜਾ ਆਨਸਰ ਹੈ ਪੂਰੇ ਦਾ ਪੂਰਾ ਮੇਨ ਫੀਚਰਸ 'ਤੇ ਹੀ ਡਿਪੈਂਡ ਕਰੇਗਾ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਆਪਣੀ ਰਾਈਟ ਐਂਡ ਇੰਟਰੋਡਕਸ਼ਨ, ਅਸੀਂ ਇੰਟਰੋਡਕਸ਼ਨ ਲਿਖਾਂਗੇ। ਉਸ ਤੋਂ ਬਾਅਦ ਇੱਕ ਓਵਰਵਿਊ ਲਿਖਾਂਗੇ। ਓਵਰਵਿਊ ਕੁਛ ਨਹੀਂ ਹੋਊਗਾ, ਜਿਹੜੀਆਂ ਸਾਡੀਆਂ ਮੇਨ ਫੀਚਰਸ ਹੋਣਗੀਆਂ ਉਹਨਾਂ ਨੂੰ ਅਸੀਂ ਰੀਫਰੇਸ ਕਰਕੇ ਆਪਣੇ ਓਵਰਵਿਊ 'ਚ ਲਿਖਾਂਗੇ। ਓਵਰਵਿਊ ਲਿਖਣ ਤੋਂ ਬਾਅਦ ਅਸੀਂ ਕੀ ਕਰਾਂਗੇ, ਜਿਹੜੀਆਂ ਮੇਨ ਫੀਚਰਸ ਹੋਣਗੀਆਂ ਉਹਨਾਂ ਨੂੰ ਡਿਟੇਲ ਵਿੱਚ 2 ਪੈਰਾਗ੍ਰਾਫ ਦੇ ਵਿੱਚ ਅਸੀਂ ਡਿਸਕਸ ਕਰ ਲਾਂਗੇ। ਓਕੇ ਸਟੂਡੈਂਟ, ਇੱਕ ਪਰਫੈਕਟ ਆਨਸਰ ਜੇ ਅਸੀਂ ਲਿਖਣਾ ਟਾਸਕ 1 ਦਾ, ਤਾਂ ਉਹਦੇ ਲਈ ਸਾਨੂੰ 4 ਪੈਰਾਗ੍ਰਾਫ ਦੀ ਜ਼ਰੂਰਤ ਪੈਂਦੀ ਹੈ, ਜਿਹਦੇ ਵਿੱਚ ਜਿਹੜਾ ਪਹਿਲਾ ਪੈਰਾਗ੍ਰਾਫ ਹੁੰਦਾ ਹੈ ਉਹਦੇ ਵਿੱਚ ਅਸੀਂ ਕੀ ਲਿਖਦੇ ਹਾਂ, ਇੰਟਰੋਡਕਸ਼ਨ। ਸੈਕੰਡ ਮੇਨ ਪੈਰਾਗ੍ਰਾਫ ਹੈ ਜਿਹੜਾ ਉਹਦੇ ਵਿੱਚ ਅਸੀਂ ਲਿਖਦੇ ਹਾਂ ਓਵਰਵਿਊ। ਥਰਡ ਜਿਹੜਾ ਪੈਰਾਗ੍ਰਾਫ ਹੁੰਦਾ ਉਹਦੇ ਵਿੱਚ ਅਸੀਂ ਜਿਹੜੀ ਫਸਟ ਮੇਨ ਫੀਚਰ ਅਸੀਂ ਰੈਕੋਗਨਾਈਜ਼ ਕੀਤੀ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ, ਅਤੇ ਚੌਥੇ ਪੈਰਾਗ੍ਰਾਫ ਦੇ ਵਿੱਚ ਅਸੀਂ ਜਿਹੜੀ ਸੈਕੰਡ ਮੇਨ ਫੀਚਰ ਹੁੰਦੀ ਆ ਉਹਨੂੰ ਡਿਟੇਲ ਵਿੱਚ ਐਕਸਪਲੇਨ ਕਰਦੇ ਹਾਂ। ਓਕੇ ਸਟੂਡੈਂਟ, ਜਿਹੜਾ ਸਾਡਾ ਅੱਜ ਵਾਲਾ ਕੁਐਸਚਨ ਹੈ ਉਹਦੇ ਵਿੱਚ ਅਸੀਂ ਲਾਈਨ ਗ੍ਰਾਫ ਦੇਖਾਂਗੇ, ਜਿਹਦੇ ਵਿੱਚ ਕੀ ਦੱਸਿਆ ਹੋਇਆ ਕਿ ਦੀ ਗ੍ਰਾਫ ਬਿਲੋ ਸ਼ੋਜ਼ ਰੇਡੀਓ ਐਂਡ ਟੈਲੀਵਿਜ਼ਨ ਆਡੀਅੰਸ ਥਰੂ ਆਊਟ ਦੀ ਡੇ ਇਨ 1992, ਕਿ 1992 ਦਾ ਜਿਹੜਾ ਡਾਟਾ ਦਿੱਤਾ ਹੋਇਆ ਕਿ ਇੱਕ ਦਿਨ ਵਿੱਚ ਜਿਹੜੇ ਹੈਗੇ ਯੂਨਾਈਟਿਡ ਕਿੰਗਡਮ ਵਿੱਚ ਉਹ ਕਿੰਨੇ ਲੋਕ ਆ ਜਿਹੜੇ ਹੈਗੇ ਹੈ ਨਾ ਕਿ ਉਹ ਟੀਵੀ ਦੇਖਦੇ ਸੀਗੇ। ਟਾਈਮ ਦੇ ਅਕੋਰਡਿੰਗ ਜਿਹੜਾ ਹੈਗਾ ਸਾਨੂੰ ਡਾਟਾ ਦਿੱਤਾ ਹੋਇਆ। ਠੀਕ ਹੈ, ਤੇ ਅਸੀਂ ਦੇਖਾਂਗੇ ਕਿ ਸਾਡੇ ਜਿਹੜੇ 2 ਐਕਸਸ ਆ ਸਾਨੂੰ ਕੀ ਇਨਫੋਰਮੇਸ਼ਨ ਦੇ ਰਿਹਾ। ਜਿਵੇਂ ਪਹਿਲਾ ਐਕਸਸ ਆ ਜਿਹੜਾ ਸਾਨੂੰ ਉਸ ਕੀ ਇਨਫੋਰਮੇਸ਼ਨ ਦੇ ਰਿਹਾ ਕਿ ਸਾਨੂੰ ਪਰਸੈਂਟੇਜ ਬਾਰੇ ਦੱਸ ਰਿਹਾ ਕਿ 4 ਸਾਲ ਦਾ ਜਿਹੜਾ ਡਾਟਾ, ਮਤਲਬ ਕਿ ਓਵਰ 4 ਇਅਰਸ ਓਲਡ, ਕਿ 4 ਸਾਲ ਦਾ ਡਾਟਾ ਦੱਸਿਆ ਹੋਇਆ। ਅਤੇ ਥੱਲੇ ਜਿਹੜਾ ਹੈਗਾ ਉਹ ਸਾਨੂੰ ਟਾਈਮ ਮੈਂਸ਼ਨ ਕੀਤਾ ਹੋਇਆ ਕਿ ਇੱਕ ਥਰੂ ਆਊਟ ਦੇ ਡੇ ਜਿਹੜਾ ਹੈਗਾ ਕਿੰਨੇ ਵਜੇ ਕਿੰਨੇ ਆਡੀਅੰਸ ਆ ਜਿਹੜੀ ਉਹ ਟੀਵੀ ਦੇ ਨਾਲ ਇੰਗੇਜ ਰਹਿੰਦੇ ਸੀਗੇ। ਤਾਂ ਮਤਲਬ ਪਹਿਲਾ ਜਿਹੜਾ ਹੈਗੀ ਰਿਕੁਆਇਰਮੈਂਟ ਕਿ ਅਸੀਂ ਕੁਐਸਚਨ ਨੂੰ ਕੇਅਰਫੁਲੀ ਜਿਹੜਾ ਹੈਗਾ ਉਹ ਰੀਡ ਕਰਾਂਗੇ, ਆਇਡੈਂਟੀਫਾਈ ਕਰਾਂਗੇ ਕਿ ਡਾਟਾ ਕਿਹੜੇ ਟਾਈਪ ਦਾ ਹੈ। ਠੀਕ ਹੈ, ਜਿਵੇਂ ਇੱਥੇ ਪਰਸੈਂਟੇਜ 'ਚ ਦਿੱਤਾ ਹੋਇਆ ਹੈ। ਦੂਸਰਾ ਕਿ ਅਸੀਂ ਜਿਹੜਾ ਹੈਗਾ ਟੈਂਸ ਕਿਹੜਾ ਯੂਜ਼ ਕਰਾਂਗੇ, ਜਿਵੇਂ ਕਿ ਡਾਟਾ ਪਾਸਟ ਦਾ ਦਿੱਤਾ ਹੋਇਆ ਤਾਂ ਅਸੀਂ ਜਿਹੜਾ ਟੈਂਸ ਆ ਉਹ ਕਿਹੜਾ ਯੂਜ਼ ਕਰਾਂਗੇ, ਪਾਸਟ ਵਾਲਾ। ਓਕੇ, ਕੁਐਸਚਨ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਆ ਉਹਦੇ ਵਿੱਚ ਅਸੀਂ ਕੀ ਕਰਾਂਗੇ ਕਿ ਅਸੀਂ ਆਪਣੇ ਜਿਹੜੇ ਮੇਨ ਫੀਚਰਸ ਆ ਉਹਨਾਂ ਨੂੰ ਸਿਲੈਕਟ ਕਰਾਂਗੇ, ਕਿਉਂਕਿ ਜਿਹੜਾ ਮੇਨ ਫੀਚਰਸ ਆ ਉਹਨਾਂ 'ਤੇ ਹੀ ਅਸੀਂ ਜਿਹੜਾ ਹੈਗਾ ਆਪਣਾ ਪੂਰਾ ਆਨਸਰ ਜਿਹੜਾ ਹੈਗਾ ਉਹ ਬਿਲਡ ਕਰਨਾ ਹੈ। ਜਿਵੇਂ ਹੁਣ ਪਹਿਲੀ, ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਸਿਲੈਕਟ ਕਰਨ ਤੋਂ ਬਾਅਦ ਉਹਨਾਂ ਮੇਨ ਫੀਚਰਸ ਨੂੰ ਅਸੀਂ ਲਿਖ ਲਾਂਗੇ। ਠੀਕ ਹੈ, ਅਸੀਂ ਆਪਣਾ ਜਿਹੜਾ ਹੈਗਾ ਐਸੇ ਨੂੰ ਪਲਾਨ ਕਰਨ ਵਾਸਤੇ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਉਹਨਾਂ ਨੂੰ ਮੇਨ ਫੀਚਰਸ ਨੂੰ ਆਪਣੇ BP1 ਅਤੇ BP2 ਵਿੱਚ ਕੰਪੇਅਰ ਕਰਕੇ ਲਿਖਾਂਗੇ। ਠੀਕ ਹੈ, ਜਿਵੇਂ ਹੁਣ ਇਹਦੇ ਵਿੱਚ ਅਸੀਂ ਪਹਿਲਾਂ ਦੇਖਾਂਗੇ ਕਿ ਮੇਨ ਫੀਚਰਸ ਕਿਹੜੀਆਂ। ਠੀਕ ਹੈ, ਫਿਰ ਅਸੀਂ ਉਹਨਾਂ ਮੇਨ ਫੀਚਰਸ ਨੂੰ ਰੀਫਰੇਸ ਕਰਕੇ ਜਿਹੜਾ ਹੈਗਾ ਆਪਣਾ ਓਵਰਵਿਊ ਵੀ ਬਣਾਵਾਂਗੇ। ਮਤਲਬ ਕਿ ਮੇਨ ਫੀਚਰਸ ਆ ਜਿਹੜੀਆਂ ਇੱਕ ਇੰਪੋਰਟੈਂਟ ਪਾਰਟ ਹੈ ਸਾਡੇ ਟਾਸਕ 1 ਦੇ ਆਨਸਰ ਦਾ। ਮੇਨ ਫੀਚਰਸ ਨੂੰ ਕਿੱਦਾਂ ਪਹਿਚਾਣਿਆ ਜਾਂਦਾ ਹੈ, ਇਹ ਸਭ ਤੋਂ ਵੱਡਾ ਜਿਹੜਾ ਕੁਐਸਚਨ ਹੈ ਸਟੂਡੈਂਟ ਦੇ ਮਨ ਵਿੱਚ ਹੁੰਦਾ ਹੈ। ਫੋਰ ਐਗਜ਼ਾਮਪਲ ਕਿ ਆਇਡੈਂਟੀਫਾਈ ਦੀ ਮੇਨ ਫੀਚਰਸ। ਮੇਨ ਫੀਚਰਸ ਨੂੰ ਆਇਡੈਂਟੀਫਾਈ ਕਰਨ ਲਈ ਅਸੀਂ ਕੀ ਕਰਾਂਗੇ, ਪਹਿਲਾਂ ਅਸੀਂ ਦੇਖਾਂਗੇ ਕਿ ਵਾਟ ਇਨਫੋਰਮੇਸ਼ਨ ਡੂ ਦੀ 2 ਐਕਸਸ ਗਿਵ, ਕਿ ਜਿਵੇਂ ਅਸੀਂ ਪਹਿਲਾਂ ਹੀ ਦੇਖਿਆ ਕਿ ਜਿਹੜਾ ਇੱਕ ਐਕਸਸ ਆ ਉਹ ਸਾਨੂੰ ਪਰਸੈਂਟੇਜ ਬਾਰੇ ਦੱਸ ਰਿਹਾ ਸੀ, ਦੂਜਾ ਸਾਨੂੰ ਥਰੂ ਆਊਟ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਉਹਦੇ ਬਾਰੇ ਦੱਸ ਰਿਹਾ ਸੀਗਾ ਕਿ ਕਿੰਨੇ ਵਜੇ ਕਿੰਨੇ ਜਿਹੜੇ ਆਡੀਅੰਸ ਆ ਉਹ ਟੀਵੀ ਦੇ ਅੱਗੇ ਬੈਠਦੇ ਸੀਗੇ। ਠੀਕ ਹੈ, ਸੈਕੰਡ ਮੇਨ ਪੁਆਇੰਟ, ਵਾਟ ਆਰ ਦੀ ਯੂਨਿਟਸ ਆਫ ਮੈਜ਼ਰਮੈਂਟਸ, ਜਿਵੇਂ ਕਿ ਉਹਦੇ ਵਿੱਚ ਯੂਨਿਟਸ ਆਫ ਮੈਜ਼ਰਮੈਂਟਸ ਕੀ ਸੀਗੀ, ਪਰਸੈਂਟੇਜ ਸੀਗੀ। ਵਾਟ ਆਰ ਦੀ ਟਾਈਮ ਪੀਰੀਅਡ, ਟਾਈਮ ਪੀਰੀਅਡ ਕੀ ਹੈ, ਜਿਵੇਂ ਟਾਈਮ ਪੀਰੀਅਡ ਕੀ ਹੈ 1992 ਹੈ, ਜਿਹਦਾ ਮਤਲਬ ਹੈ ਕਿ ਅਸੀਂ ਜਿਹੜਾ ਆਪਣਾ ਆਨਸਰ ਹੈ ਉਹ ਕਾਹਦੇ ਵਿੱਚ ਲਿਖਾਂਗੇ, ਪਾਸਟ ਟੈਂਸ ਵਿੱਚ। ਵਟ ਕੈਨ ਯੂ ਲਰਨ ਫਰੋਮ ਦੀ ਟਾਈਟਲ ਐਂਡ ਐਨੀ ਅਦਰ ਲੇਬਲਸ, ਤਾਂ ਸਾਨੂੰ ਉੱਥੇ ਕੋਈ ਵੀ ਐਨੀ ਅਦਰ ਲੇਬਲ ਜਾਂ ਟਾਈਟਲ ਨਹੀਂ ਦਿੱਤਾ ਹੋਇਆ। ਜੇ ਦਿੱਤਾ ਹੋਊਗਾ ਤਾਂ ਅਸੀਂ ਉਹਨੂੰ ਕੇਅਰਫੁਲੀ ਰੀਡ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਵਟ ਇਜ਼ ਦੀ ਮੋਸਟ ਓਬਵੀਅਸ ਟ੍ਰੈਂਡ, ਤਾਂ ਹੁਣ ਅਸੀਂ ਦੇਖਾਂਗੇ ਕਿ ਉਹਦੇ ਵਿੱਚ ਜਿਹੜਾ ਮੋਸਟ ਓਬਵੀਅਸ ਟ੍ਰੈਂਡ ਉਹ ਕਿਹੜਾ ਦਿੱਤਾ ਹੋਇਆ, ਉਹ ਅਪਵਰਡ ਹੈ, ਫਲਕਚੁਏਟ ਹੈ ਜਾਂ ਡਾਊਨਵਰਡ ਟ੍ਰੈਂਡ ਦਿੱਤਾ ਹੋਇਆ। ਉਸ ਤੋਂ ਬਾਅਦ ਆਰ ਦੇਅਰ ਐਨੀ ਨੋਟੇਬਲ ਸਿਮਿਲੈਰਿਟੀਜ਼, ਕਿ ਕੀ ਕੋਈ ਸਿਮਿਲੈਰਿਟੀ ਦਿਖ ਰਹੀ ਹੈ ਸਾਨੂੰ ਡਾਟਾ ਦੇ ਵਿੱਚ, ਜੇ ਹੈਗੀ ਆ ਤਾਂ ਅਸੀਂ ਉਹਨੂੰ ਨੋਟ ਡਾਊਨ ਕਰਾਂਗੇ, ਜਿਹੜੀ ਕਿ ਸਾਡੇ ਆਨਸਰ ਨੂੰ ਬਿਲਡ ਕਰਨ ਵਿੱਚ ਬਹੁਤ ਹੀ ਹੈਲਪਫੁਲ ਸਾਬਤ ਹੋਵੇਗੀ। ਓਕੇ ਸਟੂਡੈਂਟ, ਜਿਵੇਂ ਕਿ ਅਸੀਂ ਪਹਿਲਾਂ ਆਪਣੇ ਕੁਐਸਚਨ ਨੂੰ ਕੇਅਰਫੁਲੀ ਐਨਾਲਾਈਜ਼ ਕਰ ਲਿਆ ਸੀਗਾ ਕਿ ਰੇਡੀਓ ਅਤੇ ਟੈਲੀਵਿਜ਼ਨ ਆਡੀਅੰਸ ਹੈ ਜਿਹੜਾ UK ਵਿੱਚ, ਉਹਦੇ ਬਾਰੇ ਸਾਨੂੰ ਦੱਸਿਆ ਹੋਇਆ। ਠੀਕ ਹੈ, ਹੁਣ ਅਸੀਂ ਮੇਨ ਫੀਚਰਸ ਦੀ ਗੱਲ ਕਰਾਂਗੇ ਨਾ ਕਿ ਮੇਨ ਫੀਚਰਸ ਨੂੰ ਕਿੱਦਾਂ ਪਹਿਚਾਣਿਆ ਜਾਂਦਾ। ਜਿਵੇਂ ਕਿ ਸਾਨੂੰ ਪਹਿਲੀ ਮੇਨ ਫੀਚਰ ਹੈ ਜਿਹੜੀ ਕਿ ਪੀਕ ਟਾਈਮ ਫॉर TV ਆਡੀਅੰਸ ਇਜ਼ ਇਨ 8 PM ਈਵਨਿੰਗ, ਤਾਂ ਸਾਨੂੰ ਕਲੀਅਰਲੀ ਦਿਖ ਰਹੀ ਹੈ। ਠੀਕ ਹੈ, ਤੇ ਜਿਹੜੀ ਸੈਕੰਡ ਮੇਨ ਫੀਚਰ ਹੈ ਕਿ ਦੀ ਪੀਕ ਟਾਈਮ ਫॉर ਰੇਡੀਓ ਆਡੀਅੰਸ ਇਜ਼ ਇਨ ਦੀ ਮਾਰਨਿੰਗ 8 AM, ਤਾਂ ਉਹ ਵੀ ਸਾਨੂੰ ਕਲੀਅਰਲੀ ਦਿਖ ਰਹੀ ਹੈ। ਮਤਲਬ ਕਿ ਇਹ ਸਾਡੀਆਂ ਕੀ ਮੇਨ ਫੀਚਰਸ ਆ। ਠੀਕ ਹੈ, ਪਹਿਲਾਂ ਅਸੀਂ ਇਹ 2 ਮੇਨ ਫੀਚਰਸ ਨੂੰ ਪਹਿਚਾਣਾਂਗੇ, ਇਹਨਾਂ 2 ਮੇਨ ਫੀਚਰਸ ਨੂੰ ਅਸੀਂ ਮਤਲਬ ਕਿ ਰੀਫਰੇਸ ਕਰਕੇ ਜਿਹੜਾ ਹੈਗਾ ਆਪਣਾ ਓਵਰਆਲ ਬਣਾਵਾਂਗੇ। ਠੀਕ ਹੈ, ਫਿਰ ਇਹਨਾਂ 2 ਮੇਨ ਫੀਚਰਸ ਨੂੰ ਅਸੀਂ ਡਿਟੇਲ ਵਿੱਚ ਡਿਸਕਸ ਕਰਾਂਗੇ ਆਪਣੇ BP1 ਅਤੇ BP2 ਦੇ ਵਿੱਚ।
ਓਕੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਕਿਸੇ ਵੀ ਇੱਕ ਪਰਫੈਕਟ ਆਂਸਰ ਨੂੰ ਲਿਖਾਂਗੇ ਤਾਂ ਉਹਦੇ ਅਸੀਂ 4 ਪੈਰਾਗ੍ਰਾਫ ਬਣਾਵਾਂਗੇ। ਪਹਿਲਾ ਪੈਰਾਗ੍ਰਾਫ ਜਿਹੜਾ ਹੈਗਾ ਇੰਟਰੋਡਕਸ਼ਨ ਦੇ ਬਾਰੇ ਵਿੱਚ, ਠੀਕ ਹੈ। ਤਾਂ ਇੰਟਰੋਡਕਸ਼ਨ ਅਸੀਂ ਕੀ ਕਰਨਾ, ਜਸਟ ਰੀਫਰੇਜ਼ ਕਰਨਾ ਹੁੰਦਾ ਹੈ। ਜਿਵੇਂ ਕਿ ਕੁਐਸਚਨ ਸਾਡਾ ਇਹ ਸੀਗਾ, ਦੀ ਗ੍ਰਾਫ ਬਿਲੋ ਸ਼ੋਜ਼ ਰੇਡੀਓ ਐਂਡ ਟੈਲੀਵਿਜ਼ਨ ਆਡੀਅੰਸਿਸ ਥਰੂ ਆਊਟ ਦੀ ਡੇ ਇਨ 1992। ਤਾਂ ਇਹਨੂੰ ਅਸੀਂ ਰੀਫਰੇਜ਼ ਕਰਕੇ ਕਿੱਦਾਂ ਲਿਖਿਆ ਹੈ, ਦੀ ਲਾਈਨ ਗ੍ਰਾਫ ਇਲਸਟ੍ਰੇਟਸ ਦੀ ਪ੍ਰਪੋਰਸ਼ਨ ਆਫ ਪੀਪਲ ਇਨ ਦੀ UK। ਤਾਂ ਅਸੀਂ ਪਰਸੈਂਟੇਜ ਨੂੰ ਕੀ ਲਿਖਤਾ, proportion of people in the UK who watched TV and listened to the radio over 24 hours from October to December 1992। ਜਿਵੇਂ ਉੱਥੇ ਅਸੀਂ ਲਿਖਿਆ ਸੀਗਾ in 1992, ਇੱਥੇ ਲਿਖਤਾ ਸੀ from October to December, ਕਿਉਂਕਿ ਇਹਦਾ ਹੀ ਸਾਨੂੰ ਜਿਹੜਾ ਡਾਟਾ ਹੈਗਾ ਉੱਥੇ ਦਿੱਤਾ ਹੋਇਆ। ਤਾਂ ਇੱਥੇ ਅਸੀਂ ਲਿਖਿਆ ਸੀ ਥਰੂ ਆਊਟ ਦੀ ਡੇ, ਤਾਂ ਅਸੀਂ ਰੀਫਰੇਜ਼ ਕਰਕੇ ਉਹਨੂੰ ਕੀ ਲਿਖਤਾ 24 ਆਵਰਸ, ਓਵਰ 24 ਆਵਰਸ। ਤਾਂ ਮਤਲਬ ਕਿ ਅਸੀਂ ਇੱਦਾਂ ਰੀਫਰੇਜ਼ ਕਰਕੇ ਇੱਕ ਦੋ ਜਿਹੜੇ ਸਿਨੋਨਿਮ ਉਹ ਯੂਜ਼ ਕਰਾਂਗੇ ਤੇ ਜਸਟ ਇੱਕ ਸਿੰਪਲ ਇੰਟਰੋਡਕਸ਼ਨ ਆ ਜਿਹੜੀ ਹੈਗੀ ਉਹਨੂੰ ਰੀਫਰੇਜ਼ ਕਰਕੇ ਬਣਾ ਲਾਂਗੇ। ਓਕੇ ਸਟੂਡੈਂਟਸ, ਅਸੀਂ ਜਿਵੇਂ ਕਿ ਪਹਿਲਾ ਪੈਰਾਗ੍ਰਾਫ ਆਲਰੇਡੀ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ ਇੰਟਰੋ ਲਿਖੀ ਸੀ। ਸੈਕੰਡ ਪੈਰਾਗ੍ਰਾਫ ਆ ਜਿਹਦੇ ਵਿੱਚ ਅਸੀਂ ਓਵਰਵਿਊ ਲਿਖਾਂਗੇ। ਓਵਰਵਿਊ ਇਜ਼ ਨਥਿੰਗ, ਅਸੀਂ ਕੀ ਕਰਾਂਗੇ, ਜਿਹੜੀਆਂ ਦੋ ਮੇਨ ਫੀਚਰਸ ਪਹਿਚਾਣੀਆਂ ਅਸੀਂ, ਮੇਨ ਫੀਚਰ 1 ਐਂਡ ਮੇਨ ਫੀਚਰ 2, ਉਹਨਾਂ ਨੂੰ ਜਸਟ ਅਸੀਂ ਰੀਫਰੇਜ਼ ਕਰਕੇ ਇਕੱਠਿਆਂ ਜਿਹੜਾ ਹੈਗਾ ਓਵਰਆਲ ਦੇ ਵਿੱਚ ਲਿਖ ਦਾਂਗੇ। ਜਿਵੇਂ ਕਿ ਜਿਹੜਾ ਸਾਡਾ ਪਹਿਲੀ ਮੇਨ ਫੀਚਰ ਤੇ ਸੈਕੰਡ ਮੇਨ ਫੀਚਰ ਨੂੰ ਅਸੀਂ ਆਈਡੈਂਟੀਫਾਈ ਕੀਤਾ ਸੀ, ਉਹਦੇ ਅਕੋਰਡਿੰਗ ਸਾਡਾ ਜਿਹੜਾ ਓਵਰਆਲ ਹੈ ਜਿਹੜਾ ਇਹਦਾ ਉਹ ਇਹ ਬਣ ਰਿਹਾ ਹੈ। Overall, a significantly greater percentage of TV audience watched in the evening, while radio had the most listeners in the morning। ਜਿਵੇਂ ਅਸੀਂ ਦੇਖਿਆ ਸੀਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਹੈਗਾ ਪੀਕ ਪੁਆਇੰਟ ਕੀ ਸੀ TV ਵਾਸਤੇ 8 PM ਸੀਗਾ, ਜਦ ਕਿ ਜਿਹੜਾ ਲਿਸਨਿੰਗ ਜਿਹੜੇ ਰੇਡੀਓ ਕਰਦੇ ਸੀ ਉਹਨਾਂ ਵਾਸਤੇ ਜਿਹੜਾ ਪੀਕ ਪੁਆਇੰਟ ਸੀਗਾ ਉਹ 8 AM ਸੀਗਾ। ਤਾਂ ਉਹਨੂੰ ਅਸੀਂ ਜਸਟ ਕੀ ਹੈ ਰੀਫਰੇਜ਼ ਕਰਕੇ ਲਿਖਤਾ। Over the course of each day and night, more people watch TV than listen to the radio। ਸਾਨੂੰ obvious trend ਦਿਖ ਰਿਹਾ ਕਿ ਜਿਹੜੇ ਜ਼ਿਆਦਾ ਲੋਕ ਆ ਉਹ ਕੀ ਦੇਖ ਰਹੇ ਆ, TV ਦੇਖ ਰਹੇ ਆ ਰੇਡੀਓ ਦੇ ਨਾਲੋਂ। ਤਾਂ ਅਸੀਂ ਉਹਨੂੰ ਮੈਂਸ਼ਨ ਕਰਤਾ ਕਿ ਜਿਹੜੇ ਜ਼ਿਆਦਾ ਲੋਕ ਆ ਓਵਰ ਦੀ ਕੋਰਸ ਆਫ ਈਚ ਡੇ ਐਂਡ ਨਾਈਟ ਮੋਰ ਪੀਪਲ ਕੀ ਕਰਦੇ ਆ, TV ਵਾਚ ਕਰਦੇ ਆ ਰੇਡੀਓ ਦੇ ਨਾਲ। ਇਹ ਸਾਡਾ ਕੀ ਆ ਓਵਰਆਲ ਬਣ ਗਿਆ। ਮਤਲਬ ਕਿ ਸਿੰਪਲ ਹੈ, ਅਸੀਂ ਮੇਨ ਫੀਚਰ 1 ਤੇ ਮੇਨ ਫੀਚਰ 2 ਨੂੰ ਇਹਦੇ ਵਿੱਚ ਕੀ ਕਰ ਦਾਂਗੇ, ਕੰਬਾਈਨ ਕਰਕੇ ਲਿਖ ਦਾਂਗੇ। ਓਕੇ ਸਟੂਡੈਂਟ, ਜਿਵੇਂ ਅਸੀਂ ਪਹਿਲੇ ਦੋ ਪੈਰਾਗ੍ਰਾਫ ਸੀ ਉਹਨਾਂ ਵਿੱਚ ਡਿਟੇਲ ਵਿੱਚ ਡਿਸਕਸ ਮਤਲਬ ਕੀਤਾ ਸੀਗਾ। ਪਹਿਲੇ ਪੈਰਾਗ੍ਰਾਫ 'ਚ ਅਸੀਂ ਇੰਟਰੋ ਨੂੰ ਰੀਫਰੇਜ਼ ਕੀਤਾ ਸੀ, ਸੈਕਿੰਡ ਵਿੱਚ ਅਸੀਂ ਆਪਣਾ ਓਵਰਵਿਊ ਲਿਖਿਆ ਸੀਗਾ, ਠੀਕ ਹੈ। ਤੇ ਜਿਹੜਾ ਤੀਜਾ ਪੈਰਾਗ੍ਰਾਫ ਆ ਜਿਹਦੇ ਵਿੱਚ ਅਸੀਂ ਫਸਟ ਜਿਹੜੀ ਆਪਣੀ ਮੇਨ ਫੀਚਰ ਉਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ। ਜਿਵੇਂ ਸਾਡੀ ਪਹਿਲੀ ਮੇਨ ਫੀਚਰ ਕੀ ਸੀਗੀ ਕਿ ਦੀ ਪੀਕ ਟਾਈਮ ਫॉर TV ਆਡੀਅੰਸ ਇਜ਼ ਇਨ ਦੀ ਈਵਨਿੰਗ, ਮਤਲਬ ਕਿ 8 PM ਤੱਕ, ਹੈ ਨਾ। ਤੇ ਇਹਨੂੰ ਅਸੀਂ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ। ਜਿਵੇਂ ਅਸੀਂ ਸ਼ੁਰੂ ਤੋਂ ਕਰਾਂਗੇ ਕਿ ਲੈਸ ਦੈਨ 10% ਆਫ ਪੀਪਲ ਵਾਚ TV between 1 AM and 12 noon, but at 4 PM this figure increased rapidly। ਤਾਂ ਪਹਿਲਾਂ ਅਸੀਂ ਦੇਖਾਂਗੇ ਕਿ ਡਾਟਾ ਦੇ ਅਕੋਰਡਿੰਗ ਕਿ ਲੈਸ ਦੈਨ 10% ਜਿਹੜੇ ਲੋਕ ਸੀਗੇ ਉਹ 1 AM ਜਿਹੜਾ ਸੀਗਾ ਉਦੋਂ ਤੱਕ ਜਿਹੜਾ ਹੈਗਾ ਉਹ TV ਦੇਖਦੇ ਸੀਗੇ, ਠੀਕ ਹੈ। ਮਤਲਬ 1 AM ਤੇ 12 noon ਦੇ ਵਿੱਚ ਬਟ ਐਟ 4 PM ਜਿਹੜੀ ਇਹ ਫਿਗਰ ਹੈ ਕਿ ਇਹਦੇ ਵਿੱਚ ਰੈਪਿਡ ਇਨਕਰੀਜ਼ ਆਇਆ, ਠੀਕ ਹੈ। ਤੇ ਇਹ ਕਿਹੜੀ ਹੈਗੀ ਆ, ਜਿਹੜਾ ਪੀਕ ਪੁਆਇੰਟ ਸੀਗਾ ਆਪਣਾ ਐਂਡ ਰੀਚਿੰਗ ਅ ਪੀਕ ਆਫ ਆਲਮੋਸਟ ਹਾਫ ਦੀ ਪਾਪੂਲੇਸ਼ਨ ਐਟ 8 PM, ਕਿ ਜਿਹੜੀ 8 PM ਤੇ ਪਾਪੂਲੇਸ਼ਨ ਦੀ ਪੀਕ ਹੈ ਉਹਦੇ ਆਲਮੋਸਟ ਹਾਫ ਤੇ ਪਹੁੰਚ ਗਈ। ਦੇਖਿਆ ਸ਼ੋ ਹੋ ਰਿਹਾ ਨਾ ਕਿ ਆਲਮੋਸਟ ਹਾਫ ਤੇ ਪਹੁੰਚ ਗਈ। ਉਸ ਤੋਂ ਬਾਅਦ ਨੈਕਸਟ 'ਚ ਕੀ ਲਿਖਿਆ ਕਿ ਆਫਟਰ ਦਿਸ ਦੀ ਗ੍ਰਾਫ ਰਿਕਾਰਡਸ ਆ ਸ਼ਾਰਪ ਡਿਕਲਾਈਨ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਸ਼ਾਰਪ ਡਿਕਲਾਈਨ ਆਇਆ, ਜਿਵੇਂ ਕਿ ਅਸੀਂ ਗ੍ਰਾਫ ਵਿੱਚ ਦੇਖ ਸਕਦੇ ਹਾਂ, ਠੀਕ ਹੈ। ਇਨ ਵਿਊਅਰਸ ਰੀਚਿੰਗ ਅ ਲੋ ਆਫ ਓਨਲੀ ਟਾਈਨੀ ਪਰਸੈਂਟੇਜ ਬਾਈ 3 AM, ਕਿ ਬਾਈ 3 AM ਕੀ ਹੋਇਆ, ਜਿਹੜਾ ਇੱਕ ਟਾਈਨੀ ਪਰਸੈਂਟੇਜ ਜਿਹੜਾ ਹੈਗਾ ਉਹਦੇ ਤੇ ਪਹੁੰਚ ਗਿਆ। ਤਾਂ ਮਤਲਬ ਇੱਥੇ ਅਸੀਂ ਸਾਨੂੰ ਦਿਖ ਰਿਹਾ ਨਾ ਕਲੀਅਰਲੀ ਕਿ ਅਸੀਂ ਕਿੱਦਾਂ ਡਿਟੇਲ ਵਿੱਚ ਜਿਹੜਾ ਹੈਗਾ ਆਪਣਾ ਫਸਟ ਮੇਨ ਫੀਚਰ ਇਹਨਾਂ ਨੂੰ ਡਿਸਕਸ ਕੀਤਾ ਹੈ। ਓਕੇ ਸਟੂਡੈਂਟਸ, ਪਹਿਲਾ ਪੈਰਾਗ੍ਰਾਫ ਨੂੰ ਲਿਖਣ ਤੋਂ ਬਾਅਦ ਅਸੀਂ ਸੈਕੰਡ ਪੈਰਾਗ੍ਰਾਫ ਤੇ ਮੂਵ ਕਰਦੇ ਹਾਂ। ਸੈਕੰਡ ਪੈਰਾਗ੍ਰਾਫ 'ਚ ਅਸੀਂ ਕੀ ਕਰਾਂਗੇ, ਸੈਕੰਡ ਜਿਹੜੀ ਆਪਣੀ ਮੇਨ ਫੀਚਰ ਸੀ ਉਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ। ਜਿਵੇਂ ਜਿਹੜੀ ਸਾਡੀ ਸੈਕੰਡ ਮੇਨ ਫੀਚਰ ਸੀ ਉਹ ਕੀ ਸੀਗੀ ਕਿ ਦੀ ਪੀਕ ਟਾਈਮ ਫॉर ਰੇਡੀਓ ਆਡੀਅੰਸ ਇਜ਼ ਇਨ ਦੀ ਮਾਰਨਿੰਗ 8 AM। ਇਹ ਸਾਡੀ ਸੈਕੰਡ ਮੇਨ ਫੀਚਰ ਸੀਗੀ ਜਿਹਨੂੰ ਅਸੀਂ ਡਿਟੇਲ ਵਿੱਚ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ। ਰੇਡੀਓ ਔਨ ਦੀ ਅਦਰ ਹੈਂਡ ਸ਼ੋਜ਼ ਅ ਵੈਰੀ ਡਿਫਰੈਂਟ ਟ੍ਰੈਂਡ, ਕਿ ਰੇਡੀਓ ਜਿਹੜਾ ਹੈਗਾ ਉਹਨੇ ਆਪੋਜ਼ਿਟ ਟ੍ਰੈਂਡ, ਮਤਲਬ ਕਿ ਇੱਕ ਡਿਫਰੈਂਟ ਟ੍ਰੈਂਡ ਜਿਹੜਾ ਹੈਗਾ ਸ਼ੋ ਕੀਤਾ। The most popular time for listeners to be tuned in was just after 8 AM when around 27% of the population was listening। ਕਿ ਜਿਹੜਾ ਸੀਗਾ ਮੋਸਟ ਪਪੂਲਰ ਟਾਈਮ ਸੀਗਾ ਰੇਡੀਓ ਨੂੰ ਸੁਣਨ ਦਾ ਉਹ ਕੀ ਸੀਗਾ 8 AM ਸੀਗਾ, ਜਦੋਂ ਅਰਾਊਂਡ 27% ਜਿਹੜੀ ਪਾਪੂਲੇਸ਼ਨ ਸੀਗੀ ਉਹਨੂੰ ਲਿਸਨ ਕਰ ਰਹੀ ਸੀਗੀ। ਆਫਟਰ ਅ ਬਰੀਫ ਪੀਕ, ਮਤਲਬ ਕਿ ਇਹ ਜਿਹੜੀ 8 PM ਤੇ ਇੱਕ 8 AM ਤੇ ਸੌਰੀ ਇੱਕ ਬਰੀਫ ਪੀਕ ਆਈ। ਆਫਟਰ ਦੀ ਬਰੀਫ ਪੀਕ the numbers dropped steadily to barely 2%, ਕਿ ਜਿਹੜੇ ਨੰਬਰ ਆ ਉਹ ਸਟੈਡਲੀ ਡ੍ਰੌਪ ਕੀਤੇ, ਮਤਲਬ ਗ੍ਰੈਜੂਅਲੀ ਡ੍ਰੌਪ ਆਇਆ ਇਹਦੇ ਵਿੱਚ, ਤੇ ਕਿੰਨੇ ਤੇ ਪਹੁੰਚ ਗਈ
2% ਤੇ ਅਪਾਰਟ ਫਰੋਮ ਸਮ ਫਲਕਚੁਏਸ਼ਨਸ ਅਪਾਰਟ ਫਰੋਮ ਅਸੀਂ ਮਤਲਬ ਕਿ ਬਿਨਾ ਮਤਲਬ ਅਪਾਰਟ ਫਰੋਮ ਦਾ ਮਤਲਬ ਹੁੰਦਾ ਤੋਂ ਬਿਨਾ ਤਾਂ ਮਤਲਬ ਅਪਾਰਟ ਫਰੋਮ ਸਮ ਫਲਕਚੁਏਸ਼ਨਸ ਆਈਆਂ ਸੀ ਜਿਹੜੀਆਂ ਕਿੰਨੇ ਤੇ ਆਈਆਂ ਸੀਗੀਆਂ ਅਸੀਂ ਕਲੀਅਰਲੀ ਦੇਖ ਸਕਦੇ ਹਾਂ ਲਾਈਨ ਗ੍ਰਾਫ 'ਚ ਕਿ 4 PM ਤੇ ਜਿਹੜਾ ਹੈਗਾ ਇੱਕ ਥੋੜਾ ਜਿਹਾ ਫਲਕਚੁਏਸ਼ਨਸ ਆਈਆਂ ਮਤਲਬ ਕਿ ਥੋੜਾ ਜਿਹਾ ਰਾਈਜ਼ ਆਇਆ ਉਸ ਤੋਂ ਬਾਅਦ 10 PM ਹੈ ਜਿਹੜਾ ਉੱਥੇ ਵੀ ਥੋੜਾ ਜਿਹਾ ਰਾਈਜ਼ ਆਇਆ ਇਹ ਦੋ ਫਲਕਚੁਏਸ਼ਨ ਅਪਾਰਟ ਫਰੋਮ ਥੀਸ ਟੂ ਫਲਕਚੁਏਸ਼ਨਸ ਜਿਹੜਾ ਡਾਟਾ ਸੀਗਾ ਉਹ ਕੀ ਰਿਹਾ ਡਿਕਰੀਜ਼ 'ਚ ਹੀ ਰਿਹਾ ਮਤਲਬ ਡਿਕਰੀਜ਼ਿੰਗ ਟ੍ਰੈਂਡ ਵਿੱਚ ਹੀ ਰਿਹਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਲਾਈਨ ਦੀ ਪਰਸੈਂਟੇਜ ਆਫ ਲਿਸਨਰਸ ਰਿਮੇਨਡ ਲੋ ਓਵਰਨਾਈਟ ਕਿ ਓਵਰਨਾਈਟ ਮਤਲਬ ਕਿ ਪੂਰੀ ਨਾਈਟ ਜਿਹੜਾ ਵੀ PM ਵਾਲਾ ਟਾਈਮ ਹੈ ठीक है कि percentage of listeners remained low overnight before beginning a rapid ascent from 6 AM to 8 AM high ascent ਦਾ ਮਤਲਬ ਹੁੰਦਾ ਹੈ upward trend ਕਿ ਜਿਹੜਾ 6 AM ਤੋਂ 8 AM ਦੇ ਵਿੱਚ ਜਿਹੜਾ ਸੀਗਾ ਉਹ upward trend ਰਿਹਾ ਉਹਦੇ ਮਤਲਬ ਬਿਨਾ ਜਿਹੜੀ overnight ਹੈ ਡਾਟਾ ਜਿਹੜਾ ਉਹ ਕੀ ਰਿਹਾ remained low ਹੀ ਰਿਹਾ ਠੀਕ ਹੈ ਆਈ ਹੋਪ ਕਿ ਤੁਹਾਨੂੰ ਜਿਹੜਾ ਸੈਕੰਡ ਡਿਟੇਲ ਪੈਰਾਗ੍ਰਾਫ ਆ ਇਹ ਵੀ ਚੰਗੀ ਤਰ੍ਹਾਂ ਸਮਝ ਵਿੱਚ ਆਇਆ ਓਕੇ ਸਟੂਡੈਂਟ ਪਹਿਲਾਂ ਅਸੀਂ ਜਿਹੜੇ 4 ਪੈਰਾਗ੍ਰਾਫ ਉਹਨਾਂ ਨੂੰ ਇੰਡੀਵਿਜੂਅਲੀ ਮਤਲਬ ਡਿਸਕਸ ਕੀਤਾ ਹੈ ਤਾਂ ਹੁਣ ਇੱਕ ਸੈਂਪਲ ਆਨਸਰ ਵਿੱਚ ਦਿਖਾਇਆ ਗਿਆ ਕਿ ਉਹਨਾਂ 4 ਜਿਹੜੇ ਪੈਰਾਗ੍ਰਾਫ ਆ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਪਰਫੈਕਟ ਸੈਂਪਲ ਆਨਸਰ ਕਿੱਦਾਂ ਬਣਦਾ ਹੈ ਜਿਵੇਂ ਪਹਿਲਾਂ ਅਸੀਂ ਕਰਾਂਗੇ ਕਿ ਪਹਿਲਾਂ ਅਸੀਂ ਇੰਟਰੋ ਲਿਖੀ ਉਸ ਤੋਂ ਬਾਅਦ ਅਸੀਂ ਆਪਣਾ ਓਵਰਆਲ ਸੀ ਜਿਹੜਾ ਉਹਨੂੰ ਲਿਖਿਆ ਫਿਰ ਅਸੀਂ ਪਹਿਲਾਂ ਡਿਟੇਲ ਪੈਰਾਗ੍ਰਾਫ 1 ਲਿਖਿਆ ਫਿਰ ਡਿਟੇਲ ਪੈਰਾਗ੍ਰਾਫ 2 ਲਿਖਿਆ ਠੀਕ ਹੈ ਮਤਲਬ ਕਿ ਇੱਕ ਸੈਂਪਲ ਆਨਸਰ ਨੂੰ ਲਿਖਣ ਲਈ ਸਭ ਤੋਂ ਇੱਕ ਜਿਹੜੇ ਇੰਪੋਰਟੈਂਟ ਸਟੈਪਸ ਆ ਉਹ ਕੀ ਹੈ ਕਿ ਪਹਿਲਾਂ ਅਸੀਂ ਆਪਣੇ ਕੁਐਸਚਨ ਨੂੰ ਐਨਾਲਾਈਜ਼ ਕਰਾਂਗੇ ਕੇਅਰਫੁਲੀ ਫਿਰ ਅਸੀਂ ਮੇਨ ਫੀਚਰਸ ਨੂੰ ਪਹਿਚਾਨਾਂਗੇ ਫਿਰ ਉਹਨਾਂ ਮੇਨ ਫੀਚਰਸ ਨੂੰ ਡਿਟੇਲ ਵਿੱਚ ਜਿਹੜਾ ਹੈਗਾ BP1 ਅਤੇ BP2 ਵਿੱਚ ਡਿਸਕਸ ਕਰਾਂਗੇ ਤੇ ਉਹਨਾਂ ਮੇਨ ਫੀਚਰਸ ਨੂੰ ਰੀਫਰੇਜ਼ ਕਰਕੇ ਜਿਹੜਾ ਹੈਗਾ ਆਪਣਾ ਅਸੀਂ ਓਵਰਆਲ ਬਣਾਵਾਂਗੇ ਥੈਂਕ ਯੂ ਇਫ ਯੂ ਲਾਈਕ ਦਿਸ ਵੀਡੀਓ ਕਾਈਂਡਲੀ ਸਬਸਕ੍ਰਾਈਬ ਆਰ ਚੈਨਲ ਐਂਡ ਪ੍ਰੈਸ the like button and also press the notification so that you can get notifications for our latest videos and also contact us for writing evaluations download our app and submit your answers over there thank you